ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਪ੍ਰਾਰਥਨਾ ਸਵੀਕਾਰ ਕਰੇ, ਅਜਿਹੀ ਮੇਰੀ ਮੰਗਲ ਕਾਮਨਾ। ਇਸ ਕਾਮਨਾ ਦੇ ਨਾਲ ਇੱਕੋ ਹੀ ਪ੍ਰਾਰਥਨਾ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਜ਼ਿੰਦਗੀ ਨੂੰ ਸੰਵਾਰਨਾ ਚਾਹੁੰਦੇ ਹੋ, ਜ਼ਿੰਦਗੀ ਨੂੰ ਸੰਵਰਿਆ ਵੇਖਣਾ ਚਾਹੁੰਦੇ ਹੋ, ਝੋਲੀਆਂ ਖੁਸ਼ੀਆਂ ਦੇ ਨਾਲ ਭਰੀਆਂ ਰਹਿਣ, ਤੁਸੀਂ ਚਮਕਦੇ ਰਹੋ ਸੂਰਜ ਦੀਆਂ ਕਿਰਨਾਂ ਦੇ ਵਾਂਗ। ਬਸ ਗ੍ਰਹਿਾਂ ਦੀ ਚਾਲ ਨੂੰ ਤੱਕਦੇ ਰਹੋ, ਗ੍ਰਹਿਾਂ ਦੀ ਚਾਲ ਨੂੰ ਤੱਕੋ ਤੁਸੀਂ। ਜੇ ਤੁਸੀਂ ਗ੍ਰਹਿਾਂ ਦੀ ਚਾਲ ਨੂੰ ਤੱਕਣਾ, ਨਾਪਣਾ, ਗਣਨਾ ਉਹਦੀ ਕਰਨੀ ਸ਼ੁਰੂ ਕਰ ਦਿੱਤੀ, ਤੁਹਾਡੇ ਬੂਹੇ ਤੇ ਖੁਸ਼ੀਆਂ ਦਸਤਕ ਦੇਣ ਲੱਗ ਪੈਣਗੀਆਂ। ਚਾਹੇ ਕਰਮ ਅਨੁਸਾਰ ਲਿਖਿਆ ਹੋਵੇ ਕਿ 50ਵੇਂ ਸਾਲ 'ਚ ਸ਼ਾਦੀ ਹੋ, ਫਿਰ ਵੀ ਗ੍ਰਹਿ ਤੁਹਾਡੇ ਤੇ ਆਪਣੀਆਂ ਸੋਹਣੀਆਂ ਨਿਗਾਹਾਂ ਪਾ ਕੇ ਤੁਹਾਨੂੰ ਘੋੜੀ ਚੜਾ ਦੇਣਗੇ, ਪੀੜਾ ਤੋਂ ਮੁਕਤ ਕਰ ਦੇਣਗੇ। ਸਮਝੋ ਤੁਸੀਂ ਮੰਗਲ ਦੇ ਅਧੀਨ ਹੋ ਸ਼ਾਦੀ ਵਾਸਤੇ, ਤੇ ਉਹ ਬਦ ਅਵਸਥਾ ਲੇਟ ਕਰਦਾ ਜਾ ਰਿਹਾ ਹੈ। ਤੁਸੀਂ ਮੰਗਲ ਦੀ ਪ੍ਰਾਰਥਨਾ ਵਿੱਚ ਡੁੱਬ ਜਾਓ, ਮੰਗਲ ਨੇ ਰਸਤਾ ਦੇ ਦੇਣਾ ਹੈ, ਮੰਗਲ ਨੇ ਰਸਤਾ ਦੇ ਦੇਣਾ ਹੈ। ਜੇ ਤੁਸੀਂ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰੋਗੇ, ਫਿਰ ਜ਼ਿੰਦਗੀ ਦਾ ਕੋਈ ਮਾਇਨਾ ਨਹੀਂ ਹੈ। ਉਹ ਕਿਉਂ? ਕਾਰਨ ਅੱਜ ਮੈਂ ਵਿਸ਼ੇਸ਼ ਸੁਨੇਹਾ ਦੇ ਰਿਹਾ ਸਾਰਿਆਂ ਨੂੰ, ਸਾਰੀ ਦੁਨੀਆ ਨੂੰ ਸੁਨੇਹਾ ਹੈ ਇਹ। ਗੁਰੂ ਅਸਤ ਚੱਲ ਰਹੇ ਹਨ, ਸ਼ਾਦੀ ਦੇ ਕਾਰਕ ਹਨ ਉਹ। ਭਗਵਾਨ ਵਿਸ਼ਨੂੰ ਦੇ ਆਸ਼ੀਰਵਾਦ ਤੋਂ ਬਿਨਾਂ ਸ਼ਾਦੀ ਦੀ ਕਾਮਯਾਬੀ ਬਹੁਤ ਮੁਸ਼ਕਿਲ ਹੈ। ਦੂਜੇ ਪਾਸੇ ਸ਼ੁਕਰ, ਉਹ ਵੀ ਸ਼ਾਦੀ ਦੇ ਕਾਰਕ, ਮੰਗਲ ਸ਼ਾਦੀ ਦੇ ਕਾਰਕ। ਤੇ ਇਹ ਸਮਾਂ ਸ਼ਨੀ ਮੰਗਲ ਦੇ ਨਾਲ ਕਰੂਰਤਾ ਦਾ ਚੋਲਾ, ਦੁਨੀਆ ਵਿੱਚ ਅੱਗ ਲੱਗੀ ਪਈ ਤੇ ਆਪਾਂ ਸ਼ਾਦੀ ਦੇ ਕਾਰਕ ਬਣਾ ਰਹੇ। ਫਿਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਸ ਗੱਲ ਦਾ ਅੰਦਾਜ਼ ਨਹੀਂ ਲਾ ਸਕਦੇ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਜਾਣ ਵਾਲੀ ਹੈ। ਗੁਰੂ ਅਸਥਾਨ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਹੀ ਨਹੀਂ ਹੈ। ਸ਼ੁਕਰ ਉਸ ਅਗਨੀ ਵਿੱਚ ਜਲ ਰਹੇ ਹਨ, ਸ਼ਨੀ ਤੇ ਮੰਗਲ ਦੀ। ਸੰਪत्ति ਬਰਬਾਦ ਹੋ ਰਹੀ ਹੈ, ਮਹਿਲ ਅੱਗਾਂ ਵਿੱਚ ਝੁਲਸ ਰਹੇ ਹਨ, ਸੁੰਦਰਤਾ ਪਿਘਲ ਚੁੱਕੀ ਹੈ, ਸਵਾਹਾ। ਤਿੰਨ ਗ੍ਰਹਿ ਤਿੰਨੋਂ ਹੀ ਪੀੜਾਂ ਵਿੱਚ, ਤੇ ਤੁਸੀਂ ਇਹ ਸੋਚ ਰਹੇ ਹੋ ਕਿ ਇਹ ਸ਼ਾਦੀ ਹੋ ਨਹੀਂ ਰਹੀ ਸੀ, ਬਸ ਫਟਾਫਟ ਕਰ ਦਿਓ। ਨਾ, ਬਿਲਕੁਲ ਨਾ, ਇਸ ਰਸਤੇ ਨਾ ਜਾਣਾ। ਇੰਨੀ ਦਿਨੀ ਇਸ ਸਮੇਂ ਨੂੰ ਵਿਸ਼ੇਸ਼ ਤੌਰ ਤੇ ਇਸ ਮਹੀਨੇ ਦੇ ਐਂਡ ਤੱਕ ਬਿਲਕੁਲ ਉਸ ਗੱਲ ਵੱਲ ਨਾ ਤੁਰਿਓ। ਗੁਰੂ ਗ੍ਰਹਿ ਅਸਥਾਨ ਸ਼ਨੀ ਮੰਗਲ ਦੀ ਢਾਲ ਚੱਲ ਰਹੀ ਹੈ, ਸ਼ੁਕਰ ਉਹਨਾਂ ਦੇ ਵਿਚਾਲੇ ਭਸਮ ਹੋ ਰਿਹਾ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼ੁਕਰ ਸੁੰਦਰਤਾ ਦਾ ਮਾਲਿਕ ਹੈ, ਪ੍ਰੇਮ ਦਾ ਧਾਰਕ ਹੈ,
ਤੇ ਪਹਿਲੇ ਦਿਨ ਹੀ ਉਸ ਤੇ ਜਦੋਂ ਕਰੂਰਤਾ ਦੇ ਅੰਗਾਰੇ ਪਏ ਸ਼ਨੀ ਤੇ ਮੰਗਲ ਦੇ, ਉਹ ਭਸਮ ਹੋਣੋਂ ਰਹਿ ਨਹੀਂ ਸਕਦਾ। ਮੈਂ ਇਹ ਚੇਤਾਵਨੀ ਕਿਉਂ ਦੇ ਰਿਹਾ? ਇਹ ਚੇਤਾਵਨੀ ਨਹੀਂ ਹੈ, ਮੇਰੀ ਪ੍ਰਾਰਥਨਾ ਹੈ ਆਪਾਂ ਸਾਰੇ ਸੁਖੀ ਰਹੀਏ। ਜਿਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਧਨ ਦੌਲਤ ਲਾ ਕੇ ਸ਼ਾਦੀ ਕਰਨੀ ਹੈ, ਉਹਨਾਂ ਨੂੰ ਕੱਲ ਕੁਝ ਹੋਰ ਵੇਖਣਾ ਪਵੇ, ਇਸ ਗੱਲ ਲਈ ਮੈਂ ਰਾਜੀ ਨਹੀਂ ਹਾਂ। ਇਸ ਲਈ ਉਹ ਸੁਨੇਹਾ ਤੁਹਾਨੂੰ ਦੇਣ ਦਾ ਪ੍ਰਯਾਸ ਕਰ ਰਿਹਾ। ਤਿੰਨੋਂ ਗ੍ਰਹਿ ਪੀੜਾਂ ਵਿੱਚ, ਸ਼ਾਦੀ ਦੇ ਕਾਰਕ ਗ੍ਰਹਿ ਸ਼ੁਕਰ, ਮੰਗਲ, ਗੁਰੂ, ਤਿੰਨੋਂ ਪੀੜਾਂ ਵਿੱਚ ਬਹੁਤ ਸਾਰੇ ਸੱਜਣ ਵਿਦੇਸ਼ ਤੋਂ ਆਏ, ਉਹਨਾਂ ਨੇ ਵਾਪਸ ਜਾਣਾ ਹੋਵੇਗਾ, ਇਸ 'ਚ ਕੋਈ ਸ਼ੰਕਾ ਨਹੀਂ। ਪਰ ਜਲਦਬਾਜ਼ੀ ਨਾ ਕਰੋ, ਜਲਦਬਾਜ਼ੀ ਨਾ ਕਰੋ, ਪੀੜਾਂ ਘੇਰ ਸਕਦੀਆਂ। ਸ਼ੁਕਰ ਸੁੰਦਰਤਾ ਦਾ ਮਾਲਕ, ਲక్ష్ਮੀ ਦਾ ਧਾਰਕ, ਧਨ ਕੁਬੇਰ ਦੀ ਛਤਰ ਉਸ ਤੇ। ਗੁਰੂ ਅਧਿਆਤਮ ਦਾ ਰਾਜਾ, ਮੰਗਲ ਮਾਂਗਲੀ ਯੋਗ ਦਾ ਕਾਰਕ, ਅਗਨੀ ਦਾ ਕਾਰਕ। ਜਿਹੜੀ ਅਗਨੀ ਜਿੱਥੇ ਫੇਰੇ ਲਏ ਜਾਣੇ, ਉਹ ਅਗਨੀ ਤਾਂ ਧੂਆਂ ਛੱਡ ਰਹੀ ਹੈ ਅਸਮਾਨ ਦੇ ਵਿੱਚ। ਉਸ ਧੂਏ ਦੇ ਵਿੱਚ ਸਾਰਾ ਸੰਸਾਰ ਜਲ ਰਿਹਾ ਹੈ। ਕੀਮਤਾਂ ਅਸਮਾਨ ਨੂੰ ਪਕੜ ਗਈਆਂ ਹਨ, ਤਰਾਹੀ ਤਰਾਹੀ ਮੱਚੀ ਪਈ ਹੈ। ਅਜੇ ਵੀ ਸਮਾਂ ਹੈ, ਨਾ ਜਾਣੇ ਕੀ ਹੋਣ ਵਾਲਾ ਹੈ, ਤੇ ਆਪਣੇ ਆਪ ਨੂੰ ਸੰਭਾਲਣ ਦਾ ਪ੍ਰਯਾਸ ਕਰੋ। ਇਸ ਪੀਰੀਅਡ ਦੌਰਾਨ ਵਿਵਾਹਿਤ ਜੀਵਨ ਨੂੰ, ਜਿਹੜਾ ਤੁਸੀਂ ਨਵਾਂ ਦਾਖਲਾ ਲੈਣਾ ਚਾਹੁੰਦੇ ਹੋ, ਕੁਝ ਪੈਂਡਿੰਗ ਕਰ ਦਿਓ। ਫਿਰ ਦੂਜੇ ਪਾਸੇ ਮੰਗਲ ਧਰਤੀ ਦਾ ਕਾਰਕ ਹੈ, ਮੰਗਲ ਪ੍ਰਾਪਰਟੀ ਦਾ ਮਾਲਿਕ ਹੈ। ਸ਼ਨੀ ਦੇ ਨਾਲ ਪਰਮ ਯੁੱਗ ਦੇ ਵਿੱਚ, ਪਰਮ ਯੁੱਧ ਦੇ ਵਿੱਚ ਲੱਗਿਆ ਹੋਇਆ ਹੈ। ਇਸ ਪੀਰੀਅਡ ਦੌਰਾਨ ਤੁਸੀਂ ਕੋਈ ਪ੍ਰਾਪਰਟੀ ਦਾ ਕੰਮ ਖਰੀਦਣ ਵੇਚਣ ਦੇ ਵਿੱਚ ਨਾ ਕਰਿਓ। ਪੀੜਾਂ ਆ ਸਕਦੀਆਂ, ਬਹੁਤ ਵੱਡੇ ਵੱਡੇ ਧੋਖੇ ਹੋ ਸਕਦੇ ਹਨ। ਸਨੇਹੇ ਮੈਂ ਦੇਣ ਦਾ ਇਸ ਲਈ ਪ੍ਰਯਾਸ ਕਰਦਾ ਹਾਂ, ਕਈ ਵਾਰ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ, ਕਿਉਂਕਿ ਗ੍ਰਹਿ ਨੇ ਤਾਂ ਜਲਦਬਾਜ਼ੀ ਕਰਵਾ ਕੇ ਤੁਹਾਨੂੰ ਉਸ ਅਗਨੀ ਵਿੱਚ ਖੜਾ ਕਰ ਦੇਣਾ ਹੈ, ਫਿਰ ਭਸਮ ਕਰ ਦੇਣਾ ਹੈ। ਪੈਸਾ ਡੁੱਬ ਵੀ ਸਕਦਾ ਹੈ, ਖਤਮ ਹੋ ਸਕਦਾ ਹੈ। ਇਸ ਪੀਰੀਅਡ ਦੌਰਾਨ ਸ਼ਨੀ ਮੰਗਲ ਦੀ ਦਹਾੜ ਦੇ ਨਾਲ ਖੁਦ ਪੀੜਾਂ ਵਿੱਚ ਹਨ। ਖੁਦ ਫੈਸਲਿਆਂ ਵਿੱਚ ਉੱਚਤਾ ਦਾ ਸੁਨੇਹਾ ਦੇਣ ਵਾਲੇ ਸ਼ਨੀ ਮੰਗਲ ਦੀ ਦਹਾੜ ਦੇ ਥੱਲੇ ਤੇ ਲੜਾਈ ਝਗੜੇ ਕਲੇਸ਼ਾਂ ਦੇ ਕਾਰਕ। ਇਸ ਪੀਰੀਅਡ ਦੌਰਾਨ ਤੁਸੀਂ ਕੋਈ ਲੜਾਈ ਝਗੜੇ ਕਲੇਸ਼ ਵਿੱਚ ਜਾਣ ਦਾ ਪ੍ਰਯਾਸ ਨਾ ਕਰਿਓ। ਤੁਸੀਂ ਕੋਰਟ ਦਾ ਦਰਵਾਜ਼ਾ ਨਾ ਖੋਲ੍ਹਿਓ ਕਿਸੇ ਦੇ ਖਿਲਾਫ, ਨਹੀਂ ਤਾਂ ਪੀੜਾਂ ਆ ਸਕਦੀਆਂ। ਪੀੜਾਂ, ਫਿਰ ਉਸ ਪੀੜਾ ਦੇ ਨਿਸ਼ਾਨ ਸਾਰੀ ਉਮਰ ਤੱਕ ਤੁਹਾਡੇ ਸੀਨੇ ਤੇ ਰਹਿਣਗੇ। ਇਹ ਤਿੰਨ ਗ੍ਰਹਿ ਤਿੰਨੋਂ ਇਸ ਵੇਲੇ ਅਫਲਿਕਟਡ ਹਨ, ਪੀੜਾਂ ਵਿੱਚ ਹਨ, ਦਰਦਾਂ ਵਿੱਚ ਹਨ। ਸ਼ੁਕਰ ਗ੍ਰਹਿ ਸ਼ਨੀ ਤੇ ਮੰਗਲ ਦੇ ਕਾਰਕ ਯੋਗਾਂ ਦੇ ਵਿੱਚ ਇਸ ਨੂੰ ਸੰਭਾਲਣ ਦਾ ਪ੍ਰਯਾਸ ਕਰੋ। ਜੇ ਤੁਸੀਂ ਕਿਸੇ ਪ੍ਰੇਮ ਸੰਬੰਧ ਦੇ ਵਿੱਚ ਹੋ, ਆਪਣੇ ਆਪ ਤੇ ਸੰਯਮ ਤੇ ਸਹਿਜ ਦੇ ਘੁੱਟ ਪੀਂਦੇ ਹੋਏ, ਸੋਹਣੇ ਸ਼ਬਦਾਂ ਦਾ ਵਰਤੋਂ ਕਰਦੇ ਹੋਏ ਉਸ ਨੂੰ ਤੋੜਨ ਦਾ ਪ੍ਰਯਾਸ ਨਾ ਕਰਿਓ। ਜੇ ਇਹ ਟੁੱਟ ਗਈ, ਦੁਬਾਰਾ ਜੁੜ ਨਹੀਂ ਸਕਦੀ। ਸਮਝੋ ਤੁਹਾਡੀ ਸ਼ਾਦੀ ਹੋ ਰਹੀ ਸੀ, ਸ਼ਾਦੀ ਵਿੱਚ ਵਿਲੰਬ ਹੈ, ਤੁਸੀਂ ਉਸ ਨੂੰ ਵਿਲੰਬ ਨੂੰ ਪਿਆਰ ਨਾਲ ਸੁਲਝਾਉਣ ਦਾ ਪ੍ਰਯਾਸ ਕਰੋ। ਪਿਆਰ ਨਾਲ ਸਮਝੋ ਕੋਈ ਲੜਾਈ ਝਗੜਾ ਕਲੇਸ਼ ਕਰਨ ਵਾਸਤੇ ਆਉਂਦਾ ਵੀ ਹੈ, ਉਸ ਦੇ ਅੱਗੇ ਹੱਥ ਜੋੜ ਦਿਓ, ਉਸ ਨੂੰ ਖਿਮਾ ਕਰ ਦਿਓ। ਖਿਮਾ ਇੱਕ ਅਜਿਹਾ ਗੁਣ ਹੈ ਜਿਹੜੇ ਗ੍ਰਹਿਾਂ ਦੀ ਚਾਲ ਨੂੰ ਠੰਡਾ ਪਾ ਦਿੰਦਾ ਹੈ।
ਤੇ ਪਰਮ ਸੁਖਕਾਰਕ ਬਣਾ ਦਿੰਦਾ ਹੈ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਦਾ ਇਹ ਵਰਾ ਵਰਸ਼ੇਸ਼ ਸ਼ੁੱਕਰ ਗ੍ਰਹਿ ਦੇ ਥੱਲੇ ਜਾਣ ਵਾਲਾ ਹੈ। ਸ਼ੁੱਕਰ ਗ੍ਰਹਿ ਸੁੰਦਰਤਾ ਦਾ ਮਾਲਕ, ਧਨ ਦੌਲਤ ਦਾ ਕਾਰਕ, ਧਨ ਕੁਬੇਰ ਸ਼ੁੱਕਰ ਦਾ ਨਾਮ ਹੈ। ਇਸ ਪੀਰੀਅਡ ਦੌਰਾਨ ਬਸ ਤੁਸੀਂ ਬ੍ਰਾਹਮਣਾਂ ਦੀ ਸੇਵਾ ਕਰਿਓ, ਖੀਰ ਦਾ ਦਾਨ ਕਰਿਓ, ਓਮ ਸ਼ੁਕਰਾਏ ਨਮः ਇਸ ਮੰਤਰ ਦਾ ਜਾਪ ਕਰਿਓ। ਸਵੇਰੇ ਉੱਠਦੇ ਹੀ ਧਨ ਕੁਬੇਰ ਦੇ 108 ਨਾਂ ਸੁਣਿਓ। ਹਰ ਨਾਮ ਦਾ ਮਤਲਬ ਸਮਝਣ ਦਾ ਪ੍ਰਯਾਸ ਕਰਿਓ। ਸ਼ੁੱਕਰ ਨੇ ਤੁਹਾਡੀਆਂ ਝੋਲੀਆਂ ਭਰ ਦੇਣੀਆਂ, ਅਜਿਹੀ ਮੇਰੀ ਮੰਗਲ ਕਾਮਨਾ। ਜਿਹੜਾ ਇਨਸਾਨ ਈਸ਼ਵਰ ਦੀ ਗੱਲ ਵਿੱਚ ਰਹਿੰਦਾ ਹੈ, ਭਗਵਾਨ ਵੱਲ ਧਿਆਨ ਕਰਦਾ ਹੈ, ਉਸ ਦੇ ਸ਼ਬਦਾਂ ਦੇ ਬਚਨਬੰਦ ਰਹਿੰਦਾ ਹੈ, ਬਸ ਫਿਰ ਕੀ ਹੁੰਦਾ ਹੈ? ਫਿਰ ਈਸ਼ਵਰ ਦਾ ਧਿਆਨ ਤਾਂ ਉਸ ਵੱਲ ਹੀ ਰਹਿੰਦਾ ਹੈ। ਤਾਂ ਹੀ ਤਾਂ ਆਖਦੇ ਹਨ, ਅੱਜ ਇੱਕ ਬਹੁਤ ਵੱਡਾ ਪ੍ਰਸੰਗ ਹੋਇਆ, ਇੰਜ ਹੋਣ ਵਾਲਾ ਸੀ, ਇੱਕ ਵਿਅਕਤੀ ਆ ਗਏ, ਉਹਨਾਂ ਨੇ ਮੇਰੀ ਮਦਦ ਕਰ ਦਿੱਤੀ, ਬਸ ਮੈਂ ਉਸ ਗੱਲ ਤੋਂ ਨਿਕਲ ਗਿਆ। ਉਹ ਕੌਣ ਸਨ? ਉਹ ਪਹਿਚਾਨਣ ਦਾ ਪ੍ਰਯਾਸ ਕਰੋ। ਉਹ ਈਸ਼ਵਰ ਹੀ ਤਾਂ ਸਨ, ਜਿਸ ਦੇ ਵਚਨਾਂ ਦੇ ਵਿੱਚ ਤੁਸੀਂ ਵਚਨਬੰਦ ਰਹਿੰਦੇ ਹੋ। ਆਓ ਸਾਰੇ ਭਗਤੀ ਦਾ ਪ੍ਰਯਾਸ, ਈਸ਼ਵਰ ਦਾ ਧਿਆਨ ਕਰੀਏ। ਧਿਆਨ ਯੋਗ ਬਣ ਜਾਂਦਾ ਹੈ ਤੇ ਯੋਗ ਸਿੱਧ ਹੋ ਜਾਂਦੇ ਹਨ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣਾਂ ਨੂੰ ਕੋਈ ਸੱਟ ਪੇਟ ਲੱਗ ਸਕਦੀ ਹੈ। ਬ੍ਰਿਖ ਰਾਸ਼ੀ ਦੇ ਸੱਜਣੋ, ਤੁਹਾਡੀ ਪੈਤਰਿਕ ਸੰਪत्ति ਤੇ ਕੋਈ ਕਬਜ਼ਾ ਕਰ ਸਕਦਾ ਹੈ। ਮਿਥੁਨ ਰਾਸ਼ੀ ਦੇ ਸੱਜਣ ਪੜੋਸ ਤੋਂ ਪਰੇਸ਼ਾਨ ਹੋ ਸਕਦੇ। ਕਰਕ ਰਾਸ਼ੀ ਦੇ ਸੱਜਣੋ, ਮਾਂ ਦੀ ਸਿਹਤ ਦਾ ਧਿਆਨ ਰੱਖਿਓ। ਸਿੰਘ ਰਾਸ਼ੀ ਦੇ ਸੱਜਣਾਂ ਨੂੰ ਪਿਆਰ ਦੀਆਂ ਰਾਹਾਂ ਤੇ ਕੰਢੇ। ਕੰਨਿਆ ਰਾਸ਼ੀ ਦੇ ਸੱਜਣ, ਰੋਗ ਵਿੱਚ ਝੁਲਸ ਸਕਦੇ ਹੋ ਤੁਸੀਂ ਜੇ ਤੁਸੀਂ ਧਿਆਨ ਨਾ ਦਿੱਤਾ। ਤੁਲਾ ਰਾਸ਼ੀ ਦੇ ਸੱਜਣਾਂ ਨੂੰ ਰਾਹੇ ਜਾਂਦੇ ਜਾਂਦੇ ਕੋਈ ਧੋਖਾ ਦੇ ਸਕਦਾ ਹੈ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣੋ, ਅੱਜ ਪੈਤ੍ਰਿਕ ਸੰਪत्ति ਦੇ ਤੋਹਫੇ ਮਿਲਣ ਵਾਲੇ ਤੁਹਾਨੂੰ। ਧਨੂ ਰਾਸ਼ੀ ਦੇ ਸੱਜਣੋ, ਡੁੱਬਿਆ ਧਨ ਵਾਪਸ ਮਿਲੇਗਾ। ਮਕਰ ਰਾਸ਼ੀ ਦੇ ਸੱਜਣੋ, ਕਰਜ਼ੇ ਤੋਂ ਮੁਕਤ ਹੋ ਜਾਵੋਗੇ। ਕੁੰਭ ਰਾਸ਼ੀ ਦੇ ਸੱਜਣਾਂ ਨੂੰ ਵੀ ਅੱਜ ਆਰਥਿਕ ਸੰਕਟ ਤੋਂ ਮੁਕਤੀ ਦਾ ਸੁਨੇਹਾ ਮਿਲੇ। ਤੇ ਮੀਨ ਰਾਸ਼ੀ ਦੇ ਸੱਜਣ, ਖਰਚਾ ਜ਼ਿਆਦਾ ਤੇ ਆਮਦਨੀ ਘੱਟ ਦੇ ਯੋਗ ਹਨ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਦੀ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।